ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਮ ਤੌਰ 'ਤੇ ਇਹ ਸਮਾਂ ਤਿਉਹਾਰਾਂ ਦਾ ਹੁੰਦਾ ਹੈ। ਥਾਂ-ਥਾਂ ਮੇਲੇ ਲੱਗਦੇ ਨੇ, ਧਾਰਮਿਕ ਪੂਜਾ-ਪਾਠ ਹੁੰਦੇ ਨੇ। ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਲੋਕਾਂ ਵਿੱਚ ਚਾਅ ਤਾਂ ਹੈ, ਉਤਸ਼ਾਹ ਵੀ ਹੈ, ਪਰ ਸਾਡੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਵੇ ਇਹੋ ਜਿਹਾ ਅਨੁਸ਼ਾਸਨ ਵੀ ਹੈ। ਜ਼ਿਆਦਾਤਰ ਦੇਖਿਆ ਜਾਵੇ ਤਾਂ ਨਾਗਰਿਕਾਂ ਵਿੱਚ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੈ। ਲੋਕੀ ਆਪਣਾ ਧਿਆਨ ਰੱਖਦੇ ਹੋਏ ਤੇ ਦੂਜਿਆਂ ਦਾ ਵੀ ਧਿਆਨ ਰੱਖਦੇ ਹੋਏ ਆਪਣੇ ਰੋਜ਼ਮਰਾ ਦੇ ਕੰਮ ਵੀ ਕਰ ਰਹੇ ਨੇ। ਦੇਸ਼ ਵਿੱਚ ਹੋ ਰਹੇ ਹਰ ਸਮਾਗਮ 'ਚ ਜਿਸ ਤਰ੍ਹਾਂ ਦਾ ਸੰਜਮ ਤੇ ਸਾਦਗੀ ਇਸ ਵਾਰ ਦੇਖੀ ਜਾ ਰਹੀ ਹੈ, ਉਹ ਪਹਿਲਾਂ ਕਦੇ ਨਹੀਂ ਵੇਖੀ। ਗਣੇਸ਼ ਉਤਸਵ ਵੀ ਕਿਤੇ ਆਨਲਾਈਨ ਮਨਾਇਆ ਜਾ ਰਿਹਾ ਹੈ ਤੇ ਜ਼ਿਆਦਾਤਰ ਥਾਵਾਂ 'ਤੇ ਇਸ ਵਾਰੀ ਈਕੋ ਫ੍ਰੈਂਡਲੀ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਸਾਥੀਓ, ਜੇਕਰ ਅਸੀਂ ਬਹੁਤ ਬਰੀਕੀ ਨਾਲ ਦੇਖੀਏ ਤਾਂ ਇੱਕ ਗੱਲ ਜ਼ਰੂਰ ਸਾਡੇ ਧਿਆਨ ਵਿੱਚ ਆਏਗੀ, ਸਾਡੇ ਤਿਉਹਾਰ ਤੇ ਵਾਤਾਵਰਣ। ਇਨ੍ਹਾਂ ਦੋਵਾਂ ਦੇ ਵਿਚਕਾਰ ਇੱਕ ਬਹੁਤ ਡੂੰਘਾ ਰਿਸ਼ਤਾ ਹੈ। ਜਿੱਥੇ ਇੱਕ ਪਾਸੇ ਸਾਡੇ ਤਿਉਹਾਰਾਂ ਵਿੱਚ ਵਾਤਾਵਰਣ ਤੇ ਕੁਦਰਤ ਨਾਲ ਸਹਿ-ਜੀਵਨ ਦਾ ਸੁਨੇਹਾ ਲੁਕਿਆ ਹੁੰਦਾ ਹੈ, ਤਾਂ ਦੂਜੇ ਪਾਸੇ ਬਹੁਤ ਸਾਰੇ ਤਿਉਹਾਰ ਕੁਦਰਤ ਦੀ ਰੱਖਿਆ ਦੇ ਲਈ ਵੀ ਮਨਾਏ ਜਾਂਦੇ ਨੇ। ਜਿਵੇਂ ਬਿਹਾਰ ਦੇ ਪੱਛਮੀ ਚੰਪਾਰਣ ਵਿੱਚ ਸਦੀਆਂ ਤੋਂ ਥਾਰੂ ਆਦਿਵਾਸੀ ਸਮਾਜ ਦੇ ਲੋਕ 60 ਘੰਟੇ ਦੇ ਲਾਕਡਾਊਨ, ਜਾਂ ਉਨ੍ਹਾਂ ਦੇ ਹੀ ਸ਼ਬਦਾਂ ਵਿੱਚ ਕਹੀਏ ਤਾਂ 60 ਘੰਟੇ ਦੇ ਬਰਨਾ ਦਾ ਪਾਲਣ ਕਰਦੇ ਨੇ। ਕੁਦਰਤ ਦੀ ਰੱਖਿਆ ਦੇ ਲਈ ਬਰਨਾ ਨੂੰ ਥਾਰੂ ਸਮਾਜ ਨੇ ਆਪਣੀ ਵਿਰਾਸਤ ਦਾ ਹਿੱਸਾ ਬਣਾ ਲਿਆ ਹੈ ਤੇ ਸਦੀਆਂ ਤੋਂ ਬਣਾਇਆ ਹੋਇਆ ਹੈ। ਇਸ ਦੌਰਾਨ ਨਾ ਕੋਈ ਪਿੰਡ ਵਿੱਚ ਆਉਂਦਾ ਹੈ ਤੇ ਨਾ ਕੋਈ ਆਪਣੇ ਘਰਾਂ ਤੋਂ ਬਾਹਰ ਨਿਕਲਦਾ ਹੈ, ਤੇ ਲੋਕ ਇਹ ਮੰਨਦੇ ਨੇ ਕਿ ਜੇਕਰ ਉਹ ਬਾਹਰ ਨਿਕਲੇ ਜਾਂ ਜੇਕਰ ਕੋਈ ਬਾਹਰ ਤੋਂ ਆਇਆ ਤੇ ਉਹਨਾਂ ਦੇ ਆਉਣ-ਜਾਣ ਨਾਲ ਲੋਕਾਂ ਦੀਆਂ ਰੋਜ਼ਮਰਾ ਦੀਆਂ ਗਤੀਵਿਧੀਆਂ ਨਾਲ ਨਵੇਂ ਪੇੜ-ਪੌਦਿਆਂ ਨੂੰ ਨੁਕਸਾਨ ਹੋ ਸਕਦਾ ਹੈ। ਬਰਨਾ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਤਰੀਕੇ ਨਾਲ ਸਾਡੇ ਆਦਿਵਾਸੀ ਭਾਈ-ਭੈਣ ਪੂਜਾ-ਪਾਠ ਕਰਦੇ ਨੇ ਤੇ ਉਸ ਦੀ ਸਮਾਪਤੀ 'ਤੇ ਆਦਿਵਾਸੀ ਪਰੰਪਰਾ ਦੇ ਗੀਤ, ਸੰਗੀਤ, ਨਾਚ ਧੂਮ-ਧਾਮ ਨਾਲ ਉਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਨੇ। ਸਾਥੀਓ, ਇਨ੍ਹੀਂ ਦਿਨੀਂ ਓਣਮ ਦਾ ਤਿਉਹਾਰ ਵੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਚਿੰਗਮ ਮਹੀਨੇ ਵਿੱਚ ਆਉਂਦਾ ਹੈ। ਇਸ ਦੌਰਾਨ ਲੋਕ ਕੁਝ ਨਵਾਂ ਖਰੀਦਦੇ ਨੇ, ਆਪਣੇ ਘਰਾਂ ਨੂੰ ਸਜਾਉਂਦੇ ਨੇ, ਪੂਕਲਮ ਬਣਾਉਂਦੇ ਨੇ, ਓਣਮ ਸਾਦਿਆ ਦਾ ਆਨੰਦ ਲੈਂਦੇ ਨੇ। ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਤੇ ਮੁਕਾਬਲੇ ਵੀ ਹੁੰਦੇ ਨੇ। ਓਣਮ ਦੀ ਧੂਮ ਅੱਜ ਦੂਰ-ਦੂਰ ਵਿਦੇਸ਼ਾਂ ਤੱਕ ਪਹੁੰਚੀ ਹੋਈ ਹੈ। ਅਮਰੀਕਾ ਹੋਵੇ, ਯੂਰਪ ਹੋਵੇ ਜਾਂ ਖਾੜੀ ਦੇਸ਼ ਹੋਣ, ਓਣਮ ਦਾ ਉਤਸ਼ਾਹ ਤੁਹਾਨੂੰ ਹਰ ਜਗ੍ਹਾ 'ਤੇ ਮਿਲ ਜਾਏਗਾ। ਓਣਮ ਇੱਕ ਇੰਟਰਨੈਸ਼ਨਲ ਫੈਸਟੀਵਲ ਬਣਦਾ ਜਾ ਰਿਹਾ ਹੈ। ਸਾਥੀਓ, ਓਣਮ ਸਾਡੀ ਖੇਤੀ ਦੇ ਨਾਲ ਜੁੜਿਆ ਹੋਇਆ ਤਿਉਹਾਰ ਹੈ। ਇਹ ਸਾਡੇ ਪਿੰਡਾਂ ਦੀ ਅਰਥ ਵਿਵਸਥਾ ਦੇ ਲਈ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੁੰਦਾ ਹੈ। ਕਿਸਾਨਾਂ ਦੀ ਸ਼ਕਤੀ ਨਾਲ ਹੀ ਸਾਡਾ ਜੀਵਨ, ਸਾਡਾ ਸਮਾਜ ਚੱਲਦਾ ਹੈ। ਸਾਡੇ ਤਿਉਹਾਰ ਕਿਸਾਨਾਂ ਦੀ ਮਿਹਨਤ ਦੇ ਨਾਲ ਹੀ ਰੰਗ-ਬਿਰੰਗੇ ਬਣਦੇ ਨੇ। ਸਾਡੇ ਅੰਨਦਾਤਿਆਂ ਨੂੰ, ਕਿਸਾਨਾਂ ਦੀ ਜੀਵਨ ਸ਼ੈਲੀ ਦੀ ਸ਼ਕਤੀ ਨੂੰ ਵੀ ਸਾਡੇ ਵੇਦਾਂ ਵਿੱਚ ਬਹੁਤ ਸਨਮਾਨ ਦੇ ਨਾਲ ਨਮਨ ਕੀਤਾ ਗਿਆ ਹੈ। ਰਿਗਵੇਦ ਦਾ ਇਹ ਮੰਤਰ ਹੈ, ਅੰਨਾਨਾ ਪਤਯ ਨਮः, ਕਸ਼ੇਤਰਾਨਾਮ ਪਤਯ ਨਮः। ਅਰਥਾਤ ਅੰਨਦਾਤਾ ਨੂੰ ਨਮਸਕਾਰ ਹੈ, ਕਿਸਾਨ ਨੂੰ ਨਮਸਕਾਰ ਹੈ। ਸਾਡੇ ਕਿਸਾਨਾਂ ਨੇ ਕੋਰੋਨਾ ਦੀ ਇਸ ਮੁਸ਼ਕਿਲ ਘੜੀ ਵਿੱਚ ਵੀ ਆਪਣੀ ਤਾਕਤ ਨੂੰ ਸਾਬਿਤ ਕੀਤਾ ਹੈ। ਸਾਡੇ ਦੇਸ਼ ਵਿੱਚ ਇਸ ਵਾਰ ਸਾਉਣੀ ਦੀ ਫਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 7% ਜ਼ਿਆਦਾ ਹੋਈ ਹੈ। ਧਾਨ ਦੀ ਬਿਜਾਈ ਇਸ ਵਾਰ ਲਗਭਗ 10%, ਦਾਲਾਂ ਲਗਭਗ 5%, ਮੋਟੇ ਅਨਾਜ ਕੋਰਸ ਸੈਰਲਜ਼ ਲਗਭਗ 3%, ਆਇਲ ਸੀਡਸ ਲਗਭਗ 13%, ਕਪਾਹ ਲਗਭਗ 3% ਜ਼ਿਆਦਾ ਬੀਜੀ ਗਈ ਹੈ। ਮੈਂ ਇਹਦੇ ਲਈ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਤੇ ਉਹਨਾਂ ਦੀ ਮਿਹਨਤ ਨੂੰ ਸਿਜਦਾ ਕਰਦਾ। ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਦੇ ਇਸ ਕਾਲਖੰਡ ਵਿੱਚ ਦੇਸ਼ ਕਈ ਮੋਰਚਿਆਂ 'ਤੇ ਇੱਕੋ ਵੇਲੇ ਲੜ ਰਿਹਾ ਹੈ, ਪਰ ਇਹਦੇ ਨਾਲ-ਨਾਲ ਕਈ ਵਾਰ ਮਨ ਵਿੱਚ ਇਹ ਸਵਾਲ ਵੀ ਆਉਂਦਾ ਰਿਹਾ ਹੈ ਕਿ ਇੰਨੇ ਲੰਮੇ ਸਮੇਂ ਤੱਕ ਘਰਾਂ ਵਿੱਚ ਰਹਿਣ ਦੇ ਕਾਰਨ ਮੇਰੇ ਛੋਟੇ-ਛੋਟੇ ਬਾਲ ਮਿੱਤਰਾਂ ਦਾ ਸਮਾਂ ਕਿਵੇਂ ਬੀਤਦਾ ਹੋਵੇਗਾ। ਤੇ ਇਸੇ ਨੂੰ ਲੈ ਕੇ ਮੈਂ ਗਾਂਧੀ ਨਗਰ ਦੀ ਚਿਲਡਰਨ ਯੂਨੀਵਰਸਿਟੀ, ਜੋ ਦੁਨੀਆ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਪ੍ਰਯੋਗ ਹੈ, ਭਾਰਤ ਸਰਕਾਰ ਦੇ
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਸਿੱਖਿਆ ਮੰਤਰਾਲੇ, ਸੂਖਮ, ਲਘੂ ਤੇ ਮੱਧਮ ਉਦਯੋਗ ਮੰਤਰਾਲੇ, ਇਨ੍ਹਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਬੱਚਿਆਂ ਦੇ ਲਈ ਕੀ ਕਰ ਸਕਦੇ ਹਾਂ, ਇਸ 'ਤੇ ਵਿਚਾਰ ਚਰਚਾ ਕੀਤੀ। ਮੇਰੇ ਲਈ ਇਹ ਬਹੁਤ ਸੁਖਦ ਸੀ, ਲਾਭਕਾਰੀ ਸੀ, ਕਿਉਂਕਿ ਇਸ ਤਰ੍ਹਾਂ ਦੇ ਨਾਲ ਮੇਰੇ ਲਈ ਵੀ ਕੁਝ ਨਵਾਂ ਜਾਣਨ ਦਾ, ਨਵਾਂ ਸਿੱਖਣ ਦਾ ਮੌਕਾ ਬਣ ਗਿਆ। ਸਾਥੀਓ, ਸਾਡੇ ਵਿਚਾਰ ਦਾ ਵਿਸ਼ਾ ਸੀ ਖਿਡੌਣੇ ਤੇ ਖਾਸ ਕਰਕੇ ਭਾਰਤੀ ਖਿਡੌਣੇ। ਅਸੀਂ ਇਸ ਗੱਲ 'ਤੇ ਵਿਚਾਰ ਚਰਚਾ ਕੀਤੀ ਕਿ ਭਾਰਤ ਵਿੱਚ ਬੱਚਿਆਂ ਨੂੰ ਨਵੇਂ-ਨਵੇਂ ਖਿਡੌਣੇ ਕਿਵੇਂ ਮਿਲਣ। ਭਾਰਤ ਟੌਏ ਪ੍ਰੋਡਕਸ਼ਨ ਦਾ ਬਹੁਤ ਵੱਡਾ ਹੱਬ ਕਿਵੇਂ ਬਣੇ। ਵੈਸੇ ਮੈਂ ਮਨ ਕੀ ਬਾਤ ਸੁਣ ਰਹੇ ਬੱਚਿਆਂ ਦੇ ਮਾਤਾ-ਪਿਤਾ ਤੋਂ ਮੁਆਫੀ ਮੰਗਦਾ, ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹੁਣ ਇਹ ਮਨ ਕੀ ਬਾਤ ਸੁਣਨ ਤੋਂ ਬਾਅਦ ਖਿਡੌਣਿਆਂ ਦੀ ਨਵੀਂ-ਨਵੀਂ ਡਿਮਾਂਡ ਸੁਣਨ ਦਾ ਸ਼ਾਇਦ ਇੱਕ ਨਵਾਂ ਕੰਮ ਸਾਹਮਣੇ ਆ ਜਾਏਗਾ। ਸਾਥੀਓ, ਖਿਡੌਣੇ ਜਿੱਥੇ ਐਕਟੀਵਿਟੀ ਨੂੰ ਉਤਸ਼ਾਹ ਦੇਣ ਵਾਲੇ ਹੁੰਦੇ ਨੇ, ਉੱਥੇ ਖਿਡੌਣੇ ਸਾਡੀਆਂ ਇੱਛਾਵਾਂ ਨੂੰ ਵੀ ਉਡਾਨ ਦਿੰਦੇ ਨੇ। ਖਿਡੌਣੇ ਸਿਰਫ ਮਨ ਹੀ ਨਹੀਂ ਬਹਿਲਾਉਂਦੇ, ਖਿਡੌਣੇ ਮਨ ਬਣਾਉਂਦੇ ਵੀ ਨੇ ਤੇ ਮਕਸਦ ਘੜਦੇ ਵੀ ਨੇ। ਮੈਂ ਕਿਤੇ ਪੜ੍ਹਿਆ ਸੀ ਕਿ ਖਿਡੌਣਿਆਂ ਦੇ ਸੰਬੰਧ ਵਿੱਚ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਬੈਸਟ ਟੌਏ ਉਹ ਹੁੰਦਾ ਹੈ ਜਿਹੜਾ ਇਨਕੰਪਲੀਟ ਹੋਵੇ, ਅਜਿਹਾ ਖਿਡੌਣਾ ਜੋ ਅਧੂਰਾ ਹੋਵੇ ਤੇ ਬੱਚੇ ਮਿਲ ਕੇ ਖੇਡ-ਖੇਡ ਵਿੱਚ ਉਸ ਨੂੰ ਪੂਰਾ ਕਰਨ। ਗੁਰੂਦੇਵ ਟੈਗੋਰ ਨੇ ਕਿਹਾ ਸੀ ਕਿ ਜਦੋਂ ਉਹ ਛੋਟੇ ਸੀ ਤੇ ਆਪਣੀ ਇੱਛਾ ਸ਼ਕਤੀ ਨਾਲ ਘਰ ਵਿੱਚ ਮਿਲਣ ਵਾਲੇ ਸਮਾਨ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਆਪਣੇ ਖਿਡੌਣੇ ਤੇ ਖੇਡ ਬਣਾਇਆ ਕਰਦੇ ਸਨ। ਪਰੰਤੂ ਇੱਕ ਦਿਨ ਬਚਪਨ ਦੇ ਉਸ ਮੌਜ-ਮਸਤੀ ਭਰੇ ਪਲਾਂ ਵਿੱਚ ਵੱਡਿਆਂ ਦਾ ਦਖਲ ਹੋ ਗਿਆ। ਹੋਇਆ ਇੰਝ ਕਿ ਉਹਨਾਂ ਦਾ ਇੱਕ ਸਾਥੀ ਇੱਕ ਵੱਡਾ ਤੇ ਸੁੰਦਰ ਜਿਹਾ ਵਿਦੇਸ਼ੀ ਖਿਡੌਣਾ ਲੈ ਕੇ ਆ ਗਿਆ। ਖਿਡੌਣੇ ਨੂੰ ਲੈ ਕੇ ਇਤਰਾਉਂਦੇ ਹੋਏ ਹੁਣ ਸਾਰੇ ਸਾਥੀਆਂ ਦਾ ਧਿਆਨ ਖੇਡ ਤੋਂ ਜ਼ਿਆਦਾ ਖਿਡੌਣੇ ਵੱਲ ਰਹਿ ਗਿਆ। ਹਰ ਕਿਸੇ ਦੀ ਖਿੱਚ ਦਾ ਕੇਂਦਰ ਖੇਡ ਨਹੀਂ ਰਿਹਾ, ਬਲਕਿ ਖਿਡੌਣਾ ਬਣ ਗਿਆ। ਜਿਹੜਾ ਬੱਚਾ ਕੱਲ੍ਹ ਤੱਕ ਸਾਰਿਆਂ ਦੇ ਨਾਲ ਖੇਡਦਾ ਸੀ, ਸਾਰਿਆਂ ਦੇ ਨਾਲ ਰਹਿੰਦਾ ਸੀ, ਘੁਲ-ਮਿਲ ਜਾਂਦਾ ਸੀ, ਖੇਡ ਵਿੱਚ ਡੁੱਬ ਜਾਂਦਾ ਸੀ, ਹੁਣ ਉਹ ਦੂਰ ਰਹਿਣ ਲੱਗ ਪਿਆ। ਇਸ ਤਰ੍ਹਾਂ ਹੀ ਬਾਕੀ ਬੱਚਿਆਂ ਦੇ ਨਾਲ ਭੇਦ ਦਾ ਭਾਵ ਉਹਦੇ ਮਨ ਵਿੱਚ ਬੈਠ ਗਿਆ। ਮਹਿੰਗੇ ਖਿਡੌਣੇ ਵਿੱਚ ਬਣਾਉਣ ਲਈ ਕੁਝ ਵੀ ਨਹੀਂ ਸੀ, ਸਿੱਖਣ ਲਈ ਕੁਝ ਵੀ ਨਹੀਂ ਸੀ। ਯਾਨੀ ਕਿ ਇੱਕ ਦਿਲਕਸ਼ ਖਿਡੌਣੇ ਨੇ ਇੱਕ ਉੱਭਰਦੇ ਹੋਏ ਬੱਚੇ ਨੂੰ ਕਿਤੇ ਦਬਾ ਦਿੱਤਾ, ਛੁਪਾ ਦਿੱਤਾ, ਮੁਰਝਾ ਦਿੱਤਾ। ਇਸ ਖਿਡੌਣੇ ਨੇ ਪੈਸੇ ਦਾ, ਸੰਪੱਤੀ ਦਾ, ਵੱਡੇਪਣ ਦਾ ਪ੍ਰਦਰਸ਼ਨ ਕਰ ਦਿੱਤਾ, ਪਰੰਤੂ ਉਸ ਬੱਚੇ ਦੀ ਕ੍ਰੀਏਟਿਵ ਸਪਿਰਿਟ ਨੂੰ ਵਧਣ ਤੇ ਸੰਵਰਨ ਤੋਂ ਰੋਕ ਦਿੱਤਾ। ਖਿਡੌਣਾ ਤਾਂ ਆ ਗਿਆ, ਪਰ ਖੇਡ ਖਤਮ ਹੋ ਗਿਆ ਤੇ ਬੱਚੇ ਦਾ ਖਿੜਨਾ ਵੀ ਗਵਾਚ ਗਿਆ। ਇਸ ਲਈ ਗੁਰੂਦੇਵ ਕਹਿੰਦੇ ਸੀ ਕਿ ਖਿਡੌਣੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜੋ ਬੱਚੇ ਦੇ ਬਚਪਨ ਨੂੰ ਬਾਹਰ ਲਿਆਉਣ, ਉਹਦੀ ਕ੍ਰੀਏਟੀਵਿਟੀ ਨੂੰ ਸਾਹਮਣੇ ਲਿਆਉਣ। ਬੱਚਿਆਂ ਦੇ ਜੀਵਨ ਵਿੱਚ ਵੱਖਰੇ-ਵੱਖਰੇ ਪਹਿਲੂਆਂ ਤੇ ਖਿਡੌਣਿਆਂ ਦਾ ਜੋ ਪ੍ਰਭਾਵ ਹੈ, ਇਹਦੇ 'ਤੇ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਬਹੁਤ ਧਿਆਨ ਦਿੱਤਾ ਗਿਆ ਹੈ। ਖੇਡ-ਖੇਡ ਵਿੱਚ ਸਿੱਖਣਾ, ਖਿਡੌਣੇ ਬਣਾਉਣਾ ਸਿੱਖਣਾ, ਖਿਡੌਣੇ ਜਿੱਥੇ ਬਣਦੇ ਨੇ ਉਸ ਜਗ੍ਹਾ ਦੀ ਵਿਜ਼ਿਟ ਕਰਨਾ, ਇਨ੍ਹਾਂ ਸਾਰਿਆਂ ਨੂੰ ਕਰਿਕੂਲਮ ਦਾ ਹਿੱਸਾ ਬਣਾਇਆ ਗਿਆ ਹੈ। ਸਾਥੀਓ, ਸਾਡੇ ਦੇਸ਼ ਵਿੱਚ ਲੋਕਲ ਖਿਡੌਣਿਆਂ ਦੀ ਬਹੁਤ ਵਿਸ਼ਾਲ ਪਰੰਪਰਾ ਰਹੀ ਹੈ। ਕਈ ਪ੍ਰਤਿਭਾਸ਼ਾਲੀ ਤੇ ਕੁਸ਼ਲ ਕਾਰੀਗਰ ਨੇ ਜਿਹੜੇ ਚੰਗੇ ਖਿਡੌਣੇ ਬਣਾਉਣ ਵਿੱਚ ਮਹਾਰਤ ਰੱਖਦੇ ਨੇ। ਭਾਰਤ ਦੇ ਕੁਝ ਖੇਤਰ ਟੌਏ ਕਲਸਟਰਜ਼ ਯਾਨੀ ਖਿਡੌਣਿਆਂ ਦੇ ਕੇਂਦਰ ਦੇ ਰੂਪ ਵਿੱਚ ਵੀ ਵਿਕਸਿਤ ਹੋ ਰਹੇ ਨੇ। ਜਿਵੇਂ ਕਰਨਾਟਕ ਦੇ ਰਾਮਨਗਰ ਵਿੱਚ ਚੰਨਾਪਟਨਾ, ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਵਿੱਚ ਕੌਂਡਾਪੱਲੀ, ਤਮਿਲਨਾਡੂ ਵਿੱਚ ਤੰਜੌਰ, ਅਸਮ ਵਿੱਚ ਧੁਬਰੀ, ਉੱਤਰ ਪ੍ਰਦੇਸ਼ ਦਾ ਵਾਰਾਣਸੀ। ਕਈ ਅਜਿਹੀਆਂ ਥਾਵਾਂ ਨੇ, ਕਈ ਨਾਮ ਗਿਣਾ ਸਕਦੇ ਹਾਂ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਗਲੋਬਲ ਟੌਏ ਇੰਡਸਟਰੀ 7 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਹੈ। 7 ਲੱਖ ਕਰੋੜ ਰੁਪਏ ਦਾ ਇੰਨਾ ਵੱਡਾ ਕਾਰੋਬਾਰ, ਪਰੰਤੂ ਭਾਰਤ ਦਾ ਹਿੱਸਾ ਉਹਦੇ ਵਿੱਚ ਬਹੁਤ ਘੱਟ ਹੈ। ਹੁਣ ਤੁਸੀਂ ਸੋਚੋ ਕਿ ਜਿਸ ਰਾਸ਼ਟਰ ਦੇ ਕੋਲ ਇੰਨੀ ਵਿਰਾਸਤ ਹੋਵੇ, ਪਰੰਪਰਾ ਹੋਵੇ, ਵਖਰੇਵਾਂ ਹੋਵੇ, ਯੁਵਾ ਆਬਾਦੀ ਹੋਵੇ, ਕੀ ਖਿਡੌਣਿਆਂ ਦੇ ਬਾਜ਼ਾਰ ਵਿੱਚ ਉਸ ਦੀ ਹਿੱਸੇਦਾਰੀ ਇੰਨੀ ਘੱਟ ਹੋਣੀ ਸਾਨੂੰ ਚੰਗੀ ਲੱਗੇਗੀ? ਜੀ ਨਹੀਂ, ਇਹ ਸੁਣਨ ਤੋਂ ਬਾਅਦ ਤੁਹਾਨੂੰ ਵੀ ਚੰਗਾ ਨਹੀਂ ਲੱਗੇਗਾ। ਦੇਖੋ ਸਾਥੀਓ, ਟੌਏ ਇੰਡਸਟਰੀ ਬਹੁਤ ਵਿਸ਼ਾਲ ਹੈ। ਘਰੇਲੂ ਉਦਯੋਗ ਹੋਵੇ, ਛੋਟੇ ਤੇ ਲਘੂ ਉਦਯੋਗ ਹੋਣ,
MSMEs ਹੋਵੇ, ਇਹਦੇ ਨਾਲ ਵੱਡੇ ਉਦਯੋਗ ਜਾਂ ਨਿੱਜੀ ਉੱਦਮੀ ਵੀ ਇਹਦੇ ਦਾਇਰੇ ਵਿੱਚ ਆਉਂਦੇ ਨੇ। ਇਸ ਨੂੰ ਅੱਗੇ ਵਧਾਉਣ ਲਈ ਦੇਸ਼ ਨੂੰ ਮਿਲ ਕੇ ਮਿਹਨਤ ਕਰਨੀ ਹੋਏਗੀ। ਹੁਣ ਜਿਵੇਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸ਼੍ਰੀਮਾਨ CV ਰਾਜੂ ਨੇ, ਉਨ੍ਹਾਂ ਦੇ ਪਿੰਡ ਦੇ ਏਤੀਕੋਪੱਕਾ ਟਾਇਜ਼ ਇੱਕ ਸਮੇਂ ਬਹੁਤ ਪ੍ਰਚਲਿਤ ਸੀ। ਉਸ ਦੀ ਖਾਸੀਅਤ ਇਹ ਸੀ ਕਿ ਖਿਡੌਣੇ ਲੱਕੜੀ ਦੇ ਨਾਲ ਬਣਦੇ ਸਨ ਅਤੇ ਦੂਜੀ ਗੱਲ ਇਹ ਸੀ ਕਿ ਇਨ੍ਹਾਂ ਖਿਡੌਣਿਆਂ ਵਿੱਚ ਤੁਹਾਨੂੰ ਕਿਤੇ ਕੋਈ ਐਂਗਲ ਜਾਂ ਕੋਣ ਨਹੀਂ ਮਿਲਦਾ ਸੀ। ਇਹ ਖਿਡੌਣੇ ਸਾਰੇ ਪਾਸਿਓਂ ਰਾਊਂਡ ਹੁੰਦੇ ਸੀ, ਇਸ ਲਈ ਬੱਚਿਆਂ ਨੂੰ ਸੱਟ ਲੱਗਣ ਦੀ ਗੁੰਜਾਇਸ਼ ਨਹੀਂ ਹੁੰਦੀ ਸੀ। CV ਰਾਜੂ ਨੇ ਏਤੀਕੋਪੱਕਾ ਟਾਇਜ਼ ਦੇ ਲਈ ਹੁਣ ਆਪਣੇ ਪਿੰਡ ਵਿੱਚ ਕਾਰੀਗਰਾਂ ਦੇ ਨਾਲ ਮਿਲ ਕੇ ਇੱਕ ਤਰ੍ਹਾਂ ਦਾ ਨਵਾਂ ਮੂਵਮੈਂਟ ਸ਼ੁਰੂ ਕਰ ਦਿੱਤਾ ਹੈ। ਵਧੀਆ ਕੁਆਲਿਟੀ ਦੇ ਏਤੀਕੋਪੱਕਾ ਟਾਇਜ਼ ਬਣਾ ਕੇ CV ਰਾਜੂ ਨੇ ਸਥਾਨਕ ਖਿਡੌਣਿਆਂ ਦੀ ਪੁਰਾਣੀ ਸਾਖ ਵਾਪਸ ਲੈ ਆਉਂਦੀ ਹੈ। ਖਿਡੌਣਿਆਂ ਦੇ ਨਾਲ ਅਸੀਂ ਦੋ ਚੀਜ਼ਾਂ ਕਰ ਸਕਦੇ ਹਾਂ, ਆਪਣੇ ਗੌਰਵਸ਼ਾਲੀ ਅਤੀਤ ਨੂੰ ਆਪਣੇ ਜੀਵਨ ਵਿੱਚ ਫਿਰ ਤੋਂ ਉਤਾਰ ਸਕਦੇ ਹਾਂ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਵੀ ਸੰਵਾਰ ਸਕਦੇ ਹਾਂ। ਮੈਂ ਆਪਣੇ ਸਟਾਰਟਅਪ ਮਿੱਤਰਾਂ ਨੂੰ, ਸਾਡੇ ਨਵੇਂ ਉੱਦਮੀਆਂ ਨੂੰ ਇਹ ਕਹਿੰਦਾ, ਟੀਮ ਅਪ ਫਾਰ ਟਾਇਜ਼, ਆਓ ਮਿਲ ਕੇ ਖਿਡੌਣੇ ਬਣਾਈਏ। ਹੁਣ ਸਾਰਿਆਂ ਦੇ ਲਈ ਲੋਕਲ ਖਿਡੌਣਿਆਂ ਦੇ ਲਈ ਵੋਕਲ ਹੋਣ ਦਾ ਸਮਾਂ ਹੈ। ਆਓ ਅਸੀਂ ਆਪਣੇ ਨੌਜਵਾਨਾਂ ਦੇ ਲਈ ਕੁਝ ਨਵੀਂ ਤਰ੍ਹਾਂ ਦੇ ਚੰਗੀ ਕੁਆਲਿਟੀ ਵਾਲੇ ਖਿਡੌਣੇ ਬਣਾਈਏ। ਖਿਡੌਣਾ ਉਹ ਹੋਵੇ ਜਿਸ ਦੀ ਮੌਜੂਦਗੀ ਵਿੱਚ ਬਚਪਨ ਖਿੜੇ ਵੀ, ਖਿੜਖਿੜਾਏ ਵੀ। ਅਸੀਂ ਅਜਿਹੇ ਖਿਡੌਣੇ ਬਣਾਈਏ ਜਿਹੜੇ ਵਾਤਾਵਰਣ ਦੇ ਵੀ ਅਨੁਕੂਲ ਹੋਣ। ਸਾਥੀਓ, ਇਸੇ ਤਰ੍ਹਾਂ ਹੁਣ ਕੰਪਿਊਟਰ ਅਤੇ ਸਮਾਰਟਫੋਨ ਦੇ ਇਸ ਯੁੱਗ ਵਿੱਚ ਕੰਪਿਊਟਰ ਗੇਮਸ ਦਾ ਵੀ ਬਹੁਤ ਟ੍ਰੈਂਡ ਹੈ। ਇਹ ਗੇਮਸ ਬੱਚੇ ਵੀ ਖੇਡਦੇ ਨੇ ਅਤੇ ਵੱਡੇ ਵੀ ਖੇਡਦੇ ਨੇ, ਪਰ ਇਨ੍ਹਾਂ ਵਿੱਚ ਜਿੰਨੀਆਂ ਵੀ ਗੇਮਸ ਹੁੰਦੀਆਂ ਨੇ, ਉਨ੍ਹਾਂ ਦੀਆਂ ਥੀਮਜ਼ ਵੀ ਜ਼ਿਆਦਾਤਰ ਬਾਹਰ ਦੀਆਂ ਹੀ ਹੁੰਦੀਆਂ ਨੇ। ਸਾਡੇ ਦੇਸ਼ ਵਿੱਚ ਇੰਨੇ ਆਈਡੀਆਜ਼ ਨੇ, ਇੰਨੇ ਕਨਸੈਪਟਸ ਨੇ, ਬਹੁਤ ਵਿਸ਼ਾਲ ਸਾਡਾ ਇਤਿਹਾਸ ਰਿਹਾ ਹੈ। ਕੀ ਅਸੀਂ ਉਨ੍ਹਾਂ ਉੱਤੇ ਗੇਮਸ ਬਣਾ ਸਕਦੇ ਹਾਂ? ਮੈਂ ਦੇਸ਼ ਦੇ ਯੁਵਾ ਟੈਲੈਂਟ ਨੂੰ ਕਹਿੰਦਾ ਕਿ ਤੁਸੀਂ ਭਾਰਤ ਵਿੱਚ ਵੀ ਗੇਮਸ ਬਣਾਓ ਅਤੇ ਭਾਰਤ ਦੇ ਵੀ ਗੇਮਸ ਬਣਾਓ। ਕਿਹਾ ਵੀ ਜਾਂਦਾ ਹੈ, ਲੈਟ ਦ ਗੇਮਸ ਬਿਗਿਨ। ਤਾਂ ਚਲੋ ਖੇਡ ਸ਼ੁਰੂ ਕਰਦੇ ਹਾਂ। ਸਾਥੀਓ, ਆਤਮ ਨਿਰਭਰ ਭਾਰਤ ਅਭਿਆਨ ਵਿੱਚ ਵਰਚੁਅਲ ਗੇਮਸ ਹੋਣ, ਟੋਏ ਦਾ ਸੈਕਟਰ ਹੋਵੇ, ਸਾਰਿਆਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਅਤੇ ਇਹ ਮੌਕਾ ਵੀ ਹੈ। ਜਦੋਂ ਅੱਜ ਤੋਂ 100 ਸਾਲ ਪਹਿਲਾਂ ਅਸਹਿਯੋਗ ਅੰਦੋਲਨ ਸ਼ੁਰੂ ਹੋਇਆ ਤਾਂ ਗਾਂਧੀ ਜੀ ਨੇ ਲਿਖਿਆ ਸੀ ਕਿ ਅਸਹਿਯੋਗ ਅੰਦੋਲਨ ਦੇਸ਼ ਵਾਸੀਆਂ ਵਿੱਚ ਆਤਮ ਸਨਮਾਨ ਅਤੇ ਆਪਣੀ ਸ਼ਕਤੀ ਦਾ ਬੋਧ ਕਰਾਉਣ ਦਾ ਇੱਕ ਯਤਨ ਹੈ। ਅੱਜ ਜਦੋਂ ਅਸੀਂ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਯਤਨ ਕਰ ਰਹੇ ਹਾਂ ਤਾਂ ਅਸੀਂ ਪੂਰੇ ਆਤਮ ਵਿਸ਼ਵਾਸ ਦੇ ਨਾਲ ਅੱਗੇ ਵਧਣਾ ਹੈ। ਹਰ ਖੇਤਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਹੈ। ਅਸਹਿਯੋਗ ਅੰਦੋਲਨ ਦੇ ਰੂਪ ਵਿੱਚ ਜਿਹੜਾ ਬੀਜ ਬੀਜਿਆ ਗਿਆ ਸੀ, ਉਹਨੂੰ ਹੁਣ ਆਤਮ ਨਿਰਭਰ ਭਾਰਤ ਦੇ ਵਿਸ਼ਾਲ ਰੁੱਖ ਵਿੱਚ ਤਬਦੀਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤੀਆਂ ਦੇ ਇਨੋਵੇਸ਼ਨ ਅਤੇ ਸੋਲਿਊਸ਼ਨ ਦੇਣ ਦੀ ਸਮਰੱਥਾ ਦਾ ਲੋਹਾ ਹਰ ਕੋਈ ਮੰਨਦਾ ਹੈ ਅਤੇ ਜਦੋਂ ਸਮਰਪਣ ਭਾਵ ਹੋਵੇ, ਸੰਵੇਦਨਾ ਹੋਵੇ ਤਾਂ ਇਹ ਸ਼ਕਤੀ ਅਸੀਮ ਬਣ ਜਾਂਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਇੱਕ ਐਪ ਇਨੋਵੇਸ਼ਨ ਚੈਲੰਜ ਰੱਖਿਆ ਗਿਆ। ਇਸ ਆਤਮ ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਵਿੱਚ ਸਾਡੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕਰੀਬ 7,000 ਐਂਟਰੀਜ਼ ਆਈਆਂ। ਉਹਦੇ ਵਿੱਚ ਵੀ ਲਗਭਗ 2/3 ਐਪਸ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਨੌਜਵਾਨਾਂ ਨੇ ਬਣਾਏ। ਇਹ ਆਤਮ ਨਿਰਭਰ ਭਾਰਤ ਦੇ ਲਈ, ਦੇਸ਼ ਦੇ ਭਵਿੱਖ ਦੇ ਲਈ ਬਹੁਤ ਹੀ ਸ਼ੁਭ ਸੰਕੇਤ ਹੈ। ਆਤਮ ਨਿਰਭਰ ਐਪ ਇਨੋਵੇਸ਼ਨ ਚੈਲੰਜ ਦੇ ਰਿਜ਼ਲਟਸ ਦੇਖ ਕੇ ਤੁਸੀਂ ਜ਼ਰੂਰ ਪ੍ਰਭਾਵਿਤ ਹੋਵੋਗੇ। ਕਾਫੀ ਜਾਂਚ ਪੜਤਾਲ ਦੇ ਬਾਅਦ ਵੱਖ-ਵੱਖ ਕੈਟੇਗਰੀ ਵਿੱਚ ਲਗਭਗ 2 ਦਰਜਨ ਐਪਸ ਨੂੰ ਅਵਾਰਡ ਵੀ ਦਿੱਤੇ ਗਏ। ਤੁਸੀਂ ਜ਼ਰੂਰ ਇਨ੍ਹਾਂ ਐਪਸ ਦੇ ਬਾਰੇ ਜਾਣੋ ਅਤੇ ਉਨ੍ਹਾਂ ਨਾਲ ਜੁੜੋ। ਹੋ ਸਕਦਾ ਹੈ ਤੁਸੀਂ ਵੀ ਅਜਿਹਾ ਕੁਝ ਬਣਾਉਣ ਦੇ ਲਈ ਪ੍ਰੇਰਿਤ ਹੋ ਜਾਓ। ਇਸ ਦੇ ਵਿੱਚ ਇੱਕ ਐਪ ਹੈ, ਕੁਟੁਕੀ ਕਿਡਜ਼ ਲਰਨਿੰਗ ਐਪ। ਇਹ ਛੋਟੇ ਬੱਚਿਆਂ ਦੇ ਲਈ ਇੱਕ ਅਜਿਹਾ ਇੰਟਰੈਕਟਿਵ ਐਪ ਹੈ ਜਿਸ ਵਿੱਚ ਗਾਣਿਆਂ ਅਤੇ ਕਹਾਣੀਆਂ ਦੇ ਜ਼ਰੀਏ ਗੱਲਾਂ-ਗੱਲਾਂ ਵਿੱਚ ਹੀ ਬੱਚੇ ਮੈਥ, ਸਾਇੰਸ ਵਿੱਚ ਬਹੁਤ ਕੁਝ ਸਿੱਖ ਸਕਦੇ ਨੇ। ਇਹਦੇ ਵਿੱਚ ਐਕਟੀਵਿਟੀਜ਼ ਵੀ ਨੇ, ਖੇਡ ਵੀ ਹੈ। ਇਸੇ ਤਰ੍ਹਾਂ ਇੱਕ ਮਾਈਕਰੋ ਬਲੌਗਿੰਗ ਪਲੈਟਫਾਰਮ ਦਾ ਵੀ ਐਪ ਹੈ। ਇਸ ਦਾ ਨਾਮ ਹੈ ਕੂ, KOO ਕੂ। ਇਸ ਵਿੱਚ
ਅਸੀਂ ਆਪਣੀ ਮਾਤ ਭਾਸ਼ਾ ਵਿੱਚ ਟੈਕਸਟ, ਵੀਡੀਓ ਅਤੇ ਆਡੀਓ ਦੇ ਜ਼ਰੀਏ ਆਪਣੀ ਗੱਲ ਰੱਖ ਸਕਦੇ ਹਾਂ, ਇੰਟਰੈਕਟ ਕਰ ਸਕਦੇ ਹਾਂ। ਇਸੇ ਤਰ੍ਹਾਂ ਚਿੰਗਾਰੀ ਐਪ ਵੀ ਨੌਜਵਾਨਾਂ ਵਿੱਚ ਕਾਫੀ ਪੌਪੂਲਰ ਹੋ ਰਿਹਾ ਹੈ। ਇੱਕ ਐਪ ਹੈ ਆਸਕ ਸਰਕਾਰ। ਇਸ ਵਿੱਚ ਚੈਟਬੋਟ ਦੇ ਜ਼ਰੀਏ ਤੁਸੀਂ ਇੰਟਰੈਕਟ ਕਰ ਸਕਦੇ ਹੋ ਅਤੇ ਕਿਸੇ ਵੀ ਸਰਕਾਰੀ ਯੋਜਨਾ ਦੇ ਬਾਰੇ ਸਹੀ ਜਾਣਕਾਰੀ ਹਾਸਲ ਕਰ ਸਕਦੇ ਹੋ, ਉਹ ਵੀ ਟੈਕਸਟ, ਆਡੀਓ ਅਤੇ ਵੀਡੀਓ ਤਿੰਨਾਂ ਤਰੀਕਿਆਂ ਦੇ ਨਾਲ। ਇਹ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਇੱਕ ਹੋਰ ਐਪ ਹੈ ਸਟੈਪ ਸੈਟ ਗੋ। ਇਹ ਫਿਟਨੈਸ ਐਪ ਹੈ। ਤੁਸੀਂ ਕਿੰਨਾ ਚੱਲੇ, ਕਿੰਨੀਆਂ ਕੈਲੋਰੀਜ਼ ਬਰਨ ਕੀਤੀਆਂ, ਇਹ ਸਾਰਾ ਹਿਸਾਬ ਇਹ ਐਪ ਰੱਖਦਾ ਹੈ ਅਤੇ ਤੁਹਾਨੂੰ ਫਿਟ ਰਹਿਣ ਦੇ ਲਈ ਮੋਟੀਵੇਟ ਵੀ ਕਰਦਾ ਹੈ। ਮੈਂ ਇਹ ਕੁਝ ਹੀ ਉਦਾਹਰਣਾਂ ਦਿੱਤੀਆਂ ਨੇ। ਕਈ ਹੋਰ ਐਪਸ ਨੇ ਵੀ ਇਸ ਚੈਲੰਜ ਨੂੰ ਜਿੱਤਿਆ ਹੈ। ਕਈ ਬਿਜ਼ਨਸ ਐਪਸ ਨੇ, ਗੇਮਸ ਦੇ ਐਪਸ ਨੇ, ਜਿਵੇਂ ਇਜ਼ ਇਕੁਅਲ ਟੂ, ਬੁੱਕਸ ਐਂਡ ਐਕਸਪੈਂਸ, ਜ਼ੋਹੋ ਵਰਕਪਲੇਸ, FTC ਟੈਲੈਂਟ। ਤੁਸੀਂ ਇਸ ਸਭ ਦੇ ਬਾਰੇ ਨੈੱਟ 'ਤੇ ਸਰਚ ਕਰੋ, ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੇਗੀ। ਤੁਸੀਂ ਵੀ ਅੱਗੇ ਆਓ, ਕੁਝ ਇਨੋਵੇਟ ਕਰੋ, ਕੁਝ ਇੰਪਲੀਮੈਂਟ ਕਰੋ। ਤੁਹਾਡੇ ਯਤਨ ਅੱਜ ਦੇ ਛੋਟੇ-ਛੋਟੇ ਸਟਾਰਟਅਪਸ ਕੱਲ੍ਹ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਬਦਲਣਗੇ ਅਤੇ ਦੁਨੀਆ ਵਿੱਚ ਭਾਰਤ ਦੀ ਪਛਾਣ ਬਣੇਗੀ। ਅਤੇ ਤੁਸੀਂ ਇਹ ਨਾ ਭੁੱਲੋ ਕਿ ਅੱਜ ਜੋ ਦੁਨੀਆ ਵਿੱਚ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨਜ਼ਰ ਆ ਰਹੀਆਂ ਨੇ ਨਾ, ਇਹ ਵੀ ਕਦੇ ਸਟਾਰਟਅਪ ਹੋਇਆ ਕਰਦੀਆਂ ਸਨ। ਪਿਆਰੇ ਦੇਸ਼ਵਾਸੀਓ, ਸਾਡੇ ਇੱਥੋਂ ਦੇ ਬੱਚੇ, ਸਾਡੇ ਵਿਦਿਆਰਥੀ ਆਪਣੀ ਪੂਰੀ ਯੋਗਤਾ ਦਿਖਾ ਸਕਣ, ਆਪਣਾ ਸਮਰੱਥ ਦਿਖਾ ਸਕਣ, ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਊਟ੍ਰੀਸ਼ਨ ਦੀ ਵੀ ਹੁੰਦੀ ਹੈ, ਪੋਸ਼ਣ ਦੀ ਵੀ ਹੁੰਦੀ ਹੈ। ਪੂਰੇ ਦੇਸ਼ ਵਿੱਚ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨਾ, ਨਿਊਟ੍ਰੀਸ਼ਨ ਮੰਥ ਦੇ ਰੂਪ ਵਿੱਚ ਮਨਾਇਆ ਜਾਏਗਾ। ਨੇਸ਼ਨ ਅਤੇ ਨਿਊਟ੍ਰੀਸ਼ਨ ਦਾ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ। ਸਾਡੇ ਇੱਥੇ ਇੱਕ ਕਹਾਵਤ ਹੈ, ਯਥਾ ਅੰਨਮ ਤਥਾ ਮੰਨਮ, ਅਰਥਾਤ ਜਿਸ ਤਰ੍ਹਾਂ ਦਾ ਅੰਨ ਹੁੰਦਾ ਹੈ, ਉਸੇ ਤਰ੍ਹਾਂ ਦਾ ਸਾਡਾ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ। ਐਕਸਪਰਟਸ ਕਹਿੰਦੇ ਨੇ ਕਿ ਬੱਚੇ ਨੂੰ ਗਰਭ ਵਿੱਚ ਅਤੇ ਬਚਪਨ ਵਿੱਚ ਜਿੰਨਾ ਚੰਗਾ ਪੋਸ਼ਣ ਮਿਲਦਾ ਹੈ, ਓਨਾ ਚੰਗਾ ਉਹਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹ ਤੰਦਰੁਸਤ ਰਹਿੰਦਾ ਹੈ। ਬੱਚਿਆਂ ਦੇ ਪੋਸ਼ਣ ਲਈ ਵੀ ਓਨਾ ਹੀ ਜ਼ਰੂਰੀ ਹੈ ਕਿ ਮਾਂ ਨੂੰ ਵੀ ਪੂਰਾ ਪੋਸ਼ਣ ਮਿਲੇ। ਅਤੇ ਪੋਸ਼ਣ ਜਾਂ ਨਿਊਟ੍ਰੀਸ਼ਨ ਦਾ ਮਤਲਬ ਸਿਰਫ ਇੰਨਾ ਹੀ ਨਹੀਂ ਹੁੰਦਾ ਕਿ ਤੁਸੀਂ ਕੀ ਖਾ ਰਹੇ ਹੋ, ਕਿੰਨਾ ਖਾ ਰਹੇ ਹੋ, ਕਿੰਨੀ ਵਾਰ ਖਾ ਰਹੇ ਹੋ। ਇਸ ਦਾ ਮਤਲਬ ਹੈ ਤੁਹਾਡੇ ਸਰੀਰ ਨੂੰ ਕਿੰਨੇ ਜ਼ਰੂਰੀ ਪੋਸ਼ਕ ਤੱਤ, ਨਿਊਟ੍ਰੀਐਂਟਸ ਮਿਲ ਰਹੇ ਨੇ। ਤੁਹਾਨੂੰ ਆਇਰਨ, ਕੈਲਸ਼ੀਅਮ ਮਿਲ ਰਿਹਾ ਜਾਂ ਨਹੀਂ, ਸੋਡੀਅਮ ਮਿਲ ਰਿਹਾ ਹੈ ਜਾਂ ਨਹੀਂ, ਵਿਟਾਮਿਨਸ ਮਿਲ ਰਹੇ ਨੇ ਕਿ ਨਹੀਂ। ਇਹ ਸਾਰੇ ਨਿਊਟ੍ਰੀਸ਼ਨ ਦੇ ਬਹੁਤ ਇੰਪੋਰਟੈਂਟ ਐਸਪੈਕਟਸ ਨੇ। ਨਿਊਟ੍ਰੀਸ਼ਨ ਦੇ ਇਸ ਅੰਦੋਲਨ ਵਿੱਚ ਪੀਪਲ ਪਾਰਟੀਸਿਪੇਸ਼ਨ ਵੀ ਬਹੁਤ ਜ਼ਰੂਰੀ ਹੈ। ਜਨ ਭਾਗੀਦਾਰੀ ਹੀ ਇਸ ਨੂੰ ਸਫਲ ਕਰ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਦਿਸ਼ਾ ਵਿੱਚ ਦੇਸ਼ ਵਿੱਚ ਕਾਫੀ ਯਤਨ ਕੀਤੇ ਗਏ। ਖਾਸ ਕਰਕੇ ਸਾਡੇ ਪਿੰਡਾਂ ਨੂੰ ਇਸ ਜਨ ਭਾਗੀਦਾਰੀ ਦਾ ਜਨ ਅੰਦੋਲਨ ਬਣਾਇਆ ਜਾ ਰਿਹਾ ਹੈ। ਪੋਸ਼ਣ ਹਫ਼ਤਾ ਹੋਵੇ, ਪੋਸ਼ਣ ਮਹੀਨਾ ਹੋਵੇ, ਇਸ ਦੇ ਮਾਧਿਅਮ ਨਾਲ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਸਕੂਲਾਂ ਨੂੰ ਜੋੜਿਆ ਗਿਆ ਹੈ। ਬੱਚਿਆਂ ਦੇ ਲਈ ਪ੍ਰਤੀਯੋਗਿਤਾਵਾਂ ਹੋਣ, ਉਹਨਾਂ ਵਿੱਚ ਅਵੇਅਰਨੈਸ ਵਧੇ, ਇਸ ਦੇ ਲਈ ਲਗਾਤਾਰ ਯਤਨ ਜਾਰੀ ਨੇ। ਜਿਵੇਂ ਕਲਾਸ ਵਿੱਚ ਇੱਕ ਕਲਾਸ ਮੋਨੀਟਰ ਹੁੰਦਾ ਹੈ, ਉਸੇ ਤਰ੍ਹਾਂ ਨਿਊਟ੍ਰੀਸ਼ਨ ਮੋਨੀਟਰ ਵੀ ਹੋਵੇ। ਰਿਪੋਰਟ ਕਾਰਡ ਦੀ ਤਰ੍ਹਾਂ ਨਿਊਟ੍ਰੀਸ਼ਨ ਕਾਰਡ ਵੀ ਬਣੇ। ਇਸ ਤਰ੍ਹਾਂ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੋਸ਼ਣ ਮਹੀਨਾ, ਨਿਊਟ੍ਰੀਸ਼ਨ ਮੰਥ ਦੇ ਦੌਰਾਨ ਮਾਈਗੋਵ ਪੋਰਟਲ 'ਤੇ ਇੱਕ ਫੂਡ ਐਂਡ ਨਿਊਟ੍ਰੀਸ਼ਨ ਕੁਇਜ਼ ਵੀ ਆਯੋਜਿਤ ਕੀਤਾ ਜਾਏਗਾ ਅਤੇ ਨਾਲ ਹੀ ਇੱਕ ਮੀਮ ਕੰਪੀਟੀਸ਼ਨ ਵੀ ਹੋਏਗਾ। ਤੁਸੀਂ ਆਪ ਪਾਰਟਿਸਿਪੇਟ ਕਰੋ ਅਤੇ ਦੂਜਿਆਂ ਨੂੰ ਵੀ ਮੋਟੀਵੇਟ ਕਰੋ। ਸਾਥੀਓ, ਜੇ ਤੁਹਾਨੂੰ ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਸਟੈਚੂ ਆਫ ਯੂਨਿਟੀ ਜਾਣ ਦਾ ਮੌਕਾ ਮਿਲੇ ਅਤੇ ਕੋਵਿਡ ਦੇ ਬਾਅਦ ਜਦੋਂ ਉਹ ਖੁੱਲ੍ਹੇਗਾ ਤਾਂ ਤੁਹਾਨੂੰ ਜਾਣ ਦਾ ਮੌਕਾ ਮਿਲੇਗਾ, ਤਾਂ ਉੱਥੇ ਇੱਕ ਯੂਨੀਕ ਪ੍ਰਕਾਰ ਦਾ ਨਿਊਟ੍ਰੀਸ਼ਨ ਪਾਰਕ ਬਣਾਇਆ ਗਿਆ ਹੈ। ਖੇਡ-ਖੇਡ ਵਿੱਚ ਹੀ ਨਿਊਟ੍ਰੀਸ਼ਨ ਦੀ ਸਿੱਖਿਆ ਖੁਸ਼ੀ-ਖੁਸ਼ੀ ਦੇ ਨਾਲ ਉੱਥੇ ਜਾ ਕੇ ਜ਼ਰੂਰ ਦੇਖ ਸਕਦੇ ਹੋ। ਸਾਥੀਓ, ਭਾਰਤ ਇੱਕ ਵਿਸ਼ਾਲ ਦੇਸ਼ ਹੈ। ਖਾਣ-ਪੀਣ ਵਿੱਚ ਬਹੁਤ ਸਾਰੀਆਂ ਵਿਭਿੰਨਤਾਵਾਂ ਨੇ। ਸਾਡੇ ਦੇਸ਼ ਵਿੱਚ 6 ਵੱਖਰੀਆਂ-ਵੱਖਰੀਆਂ ਰੁੱਤਾਂ ਹੁੰਦੀਆਂ ਨੇ। ਵੱਖ-ਵੱਖ ਖੇਤਰਾਂ ਵਿੱਚ ਉੱਥੋਂ ਦੇ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਚੀਜ਼ਾਂ ਪੈਦਾ ਹੁੰਦੀਆਂ ਨੇ। ਇਸ ਲਈ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਹਰ ਖੇਤਰ ਦੇ ਮੌਸਮ, ਉੱਥੋਂ ਦੇ ਸਥਾਨਕ ਭੋਜਨ ਅਤੇ ਉੱਥੇ ਪੈਦਾ ਹੋਣ ਵਾਲੇ ਅੰਨ, ਫਲ, ਸਬਜ਼ੀਆਂ ਦੇ ਅਨੁਸਾਰ ਇੱਕ ਪੋਸ਼ਕ ਨਿਊਟ੍ਰੀਐਂਟ ਰਿਚ ਡਾਈਟ ਪਲਾਨ ਬਣੇ। ਹੁਣ ਜਿਵੇਂ
ਮਿਲਟਸ, ਮੋਟੇ ਅਨਾਜ, ਰਾਗੀ ਹੈ, ਜਵਾਰ ਹੈ, ਇਹ ਬਹੁਤ ਉਪਯੋਗੀ ਪੋਸ਼ਕ ਭੋਜਨ ਨੇ। ਇੱਕ ਭਾਰਤੀ ਖੇਤੀ ਕੋਸ਼ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਹਰ ਇੱਕ ਜ਼ਿਲ੍ਹੇ 'ਚ ਕਿਹੜੀ-ਕਿਹੜੀ ਫਸਲ ਹੁੰਦੀ ਹੈ, ਉਸ ਦੀ ਨਿਊਟ੍ਰੀਸ਼ਨ ਵੈਲਿਊ ਕਿੰਨੀ ਹੈ, ਇਸ ਦੀ ਪੂਰੀ ਜਾਣਕਾਰੀ ਹੋਏਗੀ। ਇਹ ਤੁਹਾਡੇ ਸਾਰਿਆਂ ਦੇ ਲਈ ਬਹੁਤ ਫਾਇਦੇਮੰਦ ਕੋਸ਼ ਹੋ ਸਕਦਾ ਹੈ। ਆਓ ਪੋਸ਼ਣ ਮਹੀਨੇ ਵਿੱਚ ਪੌਸ਼ਟਿਕ ਖਾਣੇ ਅਤੇ ਤੰਦਰੁਸਤ ਰਹਿਣ ਦੇ ਲਈ ਅਸੀਂ ਸਾਰਿਆਂ ਨੂੰ ਪ੍ਰੇਰਿਤ ਕਰੀਏ। ਪਿਆਰੇ ਦੇਸ਼ਵਾਸੀਓ, ਬੀਤੇ ਦਿਨੀਂ ਜਦੋਂ ਅਸੀਂ ਆਪਣਾ ਸੁਤੰਤਰਤਾ ਦਿਵਸ ਮਨਾ ਰਹੇ ਸੀ ਤਾਂ ਇੱਕ ਬੜੀ ਦਿਲਚਸਪ ਖਬਰ ਵੱਲ ਮੇਰਾ ਧਿਆਨ ਗਿਆ। ਇਹ ਖਬਰ ਹੈ ਸਾਡੇ ਸੁਰੱਖਿਆ ਬਲਾਂ ਦੇ ਦੋ ਜਾਂਬਾਜ਼ ਕਿਰਦਾਰਾਂ ਦੀ। ਇੱਕ ਹੈ ਸੋਫੀ ਅਤੇ ਦੂਸਰੀ ਵਿਦਾ। ਸੋਫੀ ਅਤੇ ਵਿਦਾ ਇੰਡੀਅਨ ਆਰਮੀ ਦੇ ਜਾਨਵਰ ਨੇ, ਡੌਗਜ਼ ਨੇ, ਅਤੇ ਉਹਨਾਂ ਨੂੰ ਚੀਫ ਆਫ ਆਰਮੀ ਸਟਾਫ ਕਮੈਂਡੇਸ਼ਨ ਕਾਰਡਜ਼ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਸੋਫੀ ਅਤੇ ਵਿਦਾ ਨੂੰ ਇਹ ਸਨਮਾਨ ਇਸ ਲਈ ਮਿਲਿਆ ਕਿਉਂਕਿ ਇਹਨਾਂ ਨੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣਾ ਕਰਤੱਵ ਬਖੂਬੀ ਨਿਭਾਇਆ ਹੈ। ਸਾਡੀਆਂ ਸੈਨਾਵਾਂ ਵਿੱਚ ਸਾਡੇ ਸੁਰੱਖਿਆ ਬਲਾਂ ਦੇ ਕੋਲ ਇਹੋ ਜਿਹੇ ਕਿੰਨੇ ਹੀ ਬਹਾਦਰ ਜਾਨਵਰ ਨੇ, ਡੌਗਜ਼ ਨੇ, ਜਿਹੜੇ ਦੇਸ਼ ਦੇ ਲਈ ਜਿਉਂਦੇ ਨੇ ਅਤੇ ਦੇਸ਼ ਦੇ ਲਈ ਆਪਣਾ ਬਲੀਦਾਨ ਵੀ ਦਿੰਦੇ ਨੇ। ਕਿੰਨੇ ਹੀ ਬੰਬ ਧਮਾਕਿਆਂ ਵਿੱਚ, ਕਿੰਨੀਆਂ ਹੀ ਅੱਤਵਾਦੀ ਸਾਜ਼ਿਸ਼ਾਂ ਨੂੰ ਰੋਕਣ ਵਿੱਚ ਅਜਿਹੇ ਡੌਗਜ਼ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਕੁਝ ਸਮਾਂ ਪਹਿਲਾਂ ਮੈਨੂੰ ਦੇਸ਼ ਦੀ ਸੁਰੱਖਿਆ ਵਿੱਚ ਡੌਗਜ਼ ਦੀ ਭੂਮਿਕਾ ਬਾਰੇ ਬਹੁਤ ਹੀ ਵਿਸਥਾਰਪੂਰਵਕ ਜਾਣਨ ਨੂੰ ਮਿਲਿਆ। ਕਈ ਕਿੱਸੇ ਵੀ ਸੁਣੇ। ਇੱਕ ਡੌਗ ਬਲਰਾਮ ਨੇ 2006 ਵਿੱਚ ਅਮਰਨਾਥ ਯਾਤਰਾ ਦੇ ਰਸਤੇ ਵਿੱਚ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਲੱਭ ਲਿਆ ਸੀ। 2002 ਵਿੱਚ ਡੌਗ ਭਾਵਨਾ ਨੇ ਆਈਈਡੀ ਲੱਭਿਆ ਸੀ। ਆਈਈਡੀ ਕੱਢਣ ਦੇ ਦੌਰਾਨ ਅੱਤਵਾਦੀਆਂ ਨੇ ਵਿਸਫੋਟ ਕਰ ਦਿੱਤਾ ਅਤੇ ਡੌਗ ਸ਼ਹੀਦ ਹੋ ਗਿਆ। 2-3 ਸਾਲ ਪਹਿਲਾਂ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸੀਆਰਪੀਐਫ ਦਾ ਸਨਿਫਰ ਡੌਗ ਕ੍ਰੈਕਰ ਵੀ ਆਈਈਡੀ ਬਲਾਸਟ ਵਿੱਚ ਸ਼ਹੀਦ ਹੋ ਗਿਆ ਸੀ। ਕੁਝ ਦਿਨ ਪਹਿਲਾਂ ਹੀ ਸ਼ਾਇਦ ਤੁਸੀਂ ਟੀਵੀ 'ਤੇ ਇੱਕ ਬੜਾ ਭਾਵੁਕ ਕਰਨ ਵਾਲਾ ਦ੍ਰਿਸ਼ ਦੇਖਿਆ ਹੋਵੇਗਾ, ਜਿਸ ਵਿੱਚ ਬੀਡ ਪੁਲਿਸ ਆਪਣੇ ਸਾਥੀ ਡੌਗ ਰੌਕੀ ਨੂੰ ਪੂਰੇ ਸਨਮਾਨ ਦੇ ਨਾਲ ਆਖਰੀ ਵਿਦਾਈ ਦੇ ਰਹੀ ਸੀ। ਰੌਕੀ ਨੇ 300 ਤੋਂ ਜ਼ਿਆਦਾ ਕੇਸਾਂ ਨੂੰ ਸੁਲਝਾਉਣ ਵਿੱਚ ਪੁਲਿਸ ਦੀ ਮਦਦ ਕੀਤੀ ਸੀ। ਡੌਗਜ਼ ਦੀ ਡਿਜ਼ਾਸਟਰ ਮੈਨੇਜਮੈਂਟ ਅਤੇ ਰੈਸਕਿਊ ਮਿਸ਼ਨਜ਼ ਵਿੱਚ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਭਾਰਤ ਵਿੱਚ ਤਾਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਐਨਡੀਆਰਐਫ ਨੇ ਅਜਿਹੇ ਦਰਜਨਾਂ ਡੌਗਜ਼ ਨੂੰ ਸਪੈਸ਼ਲੀ ਟ੍ਰੇਨ ਕੀਤਾ ਹੈ। ਕਿਤੇ ਭੂਚਾਲ ਆਉਣ ਅਤੇ ਇਮਾਰਤ ਡਿੱਗਣ 'ਤੇ ਮਲਬੇ ਵਿੱਚ ਦੱਬੇ ਜਿਉਂਦੇ ਲੋਕਾਂ ਨੂੰ ਲੱਭਣ ਵਿੱਚ ਇਹ ਡੌਗਜ਼ ਬਹੁਤ ਐਕਸਪਰਟ ਹੁੰਦੇ ਨੇ। ਸਾਥੀਓ, ਮੈਨੂੰ ਇਹ ਵੀ ਦੱਸਿਆ ਗਿਆ ਕਿ ਇੰਡੀਅਨ ਬਰੀਡ ਦੇ ਡੌਗਜ਼ ਵੀ ਬਹੁਤ ਚੰਗੇ ਹੁੰਦੇ ਨੇ, ਬਹੁਤ ਸਮਰੱਥ ਹੁੰਦੇ ਨੇ। ਇੰਡੀਅਨ ਬਰੀਡ ਵਿੱਚ ਮੁਦੌਲ ਹਾਊਂਡ ਹੈ, ਹਿਮਾਚਲੀ ਹਾਊਂਡ ਹੈ, ਇਹ ਬਹੁਤ ਹੀ ਚੰਗੀਆਂ ਨਸਲਾਂ ਨੇ। ਰਾਜਾ ਪਲਾਇਮ, ਕੰਨੀ, ਚਿਪੀ ਪਰਾਈ ਅਤੇ ਕੋਂਬਾਈ ਵੀ ਬਹੁਤ ਸ਼ਾਨਦਾਰ ਇੰਡੀਅਨ ਬਰੀਡਸ ਨੇ। ਇਹਨਾਂ ਨੂੰ ਪਾਲਣ ਵਿੱਚ ਖਰਚਾ ਵੀ ਕਾਫੀ ਘੱਟ ਆਉਂਦਾ ਅਤੇ ਇਹ ਭਾਰਤੀ ਮਾਹੌਲ ਦੇ ਵਿੱਚ ਢਲੇ ਵੀ ਹੁੰਦੇ ਨੇ। ਹੁਣ ਸਾਡੀਆਂ ਸੁਰੱਖਿਆ ਏਜੰਸੀਆਂ ਵੀ ਇਹਨਾਂ ਇੰਡੀਅਨ ਬਰੀਡ ਦੇ ਡੌਗਜ਼ ਨੂੰ ਆਪਣੇ ਸੁਰੱਖਿਆ ਦਸਤੇ ਵਿੱਚ ਸ਼ਾਮਿਲ ਕਰ ਰਹੀਆਂ ਨੇ। ਪਿਛਲੇ ਕੁਝ ਸਮੇਂ ਵਿੱਚ ਆਰਮੀ, ਸੀਆਈਐਸਐਫ, ਐਨਐਸਜੀ ਨੇ ਮੁਧੋਲ ਹਾਊਂਡ ਡੌਗਜ਼ ਨੂੰ ਟ੍ਰੇਨ ਕਰਕੇ ਡੌਗ ਸਕਾਟ ਵਿੱਚ ਸ਼ਾਮਿਲ ਕੀਤਾ ਹੈ। ਸੀਆਰਪੀਐਫ ਨੇ ਕੋਂਬਾਈ ਡੌਗਜ਼ ਨੂੰ ਸ਼ਾਮਿਲ ਕੀਤਾ ਹੈ। ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਵੀ ਭਾਰਤੀ ਨਸਲ ਦੇ ਡੌਗਜ਼ 'ਤੇ ਰਿਸਰਚ ਕਰ ਰਹੀ ਹੈ। ਮਕਸਦ ਇਹੀ ਹੈ ਕਿ ਇੰਡੀਅਨ ਬਰੀਡਸ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕੇ ਅਤੇ ਉਪਯੋਗੀ ਬਣਾਇਆ ਜਾ ਸਕੇ। ਤੁਸੀਂ ਇੰਟਰਨੈੱਟ 'ਤੇ ਇਹਨਾਂ ਦੇ ਨਾਮ ਸਰਚ ਕਰੋ, ਇਹਨਾਂ ਦੇ ਬਾਰੇ ਜਾਣੋ। ਤੁਸੀਂ ਇਹਨਾਂ ਦੀ ਖੂਬਸੂਰਤੀ, ਇਹਨਾਂ ਦੀਆਂ ਕੁਆਲਿਟੀਜ਼ ਦੇਖ ਕੇ ਹੈਰਾਨ ਹੋ ਜਾਓਗੇ। ਅਗਲੀ ਵਾਰ ਜਦੋਂ ਵੀ ਤੁਸੀਂ ਡੌਗ ਪਾਲਣ ਦੀ ਸੋਚੋ ਤਾਂ ਤੁਸੀਂ ਇਹਨਾਂ ਵਿੱਚੋਂ ਹੀ ਕਿਸੇ ਇੰਡੀਅਨ ਬਰੀਡ ਦੇ ਡੌਗ ਨੂੰ ਕਰ ਲਿਆਓ। ਆਤਮ ਨਿਰਭਰ ਭਾਰਤ ਜਦੋਂ ਜਨ ਮਨ ਦਾ ਮੰਤਰ ਹੀ ਬਣ ਰਿਹਾ ਹੈ ਤਾਂ ਕੋਈ ਵੀ ਖੇਤਰ ਇਸ ਤੋਂ ਪਿੱਛੇ ਕਿਵੇਂ ਛੁੱਟ ਸਕਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨਾਂ ਬਾਅਦ 5 ਸਤੰਬਰ ਨੂੰ ਅਸੀਂ ਅਧਿਆਪਕ ਦਿਵਸ ਮਨਾਵਾਂਗੇ। ਅਸੀਂ ਸਾਰੇ ਜਦੋਂ ਆਪਣੇ ਜੀਵਨ ਦੀਆਂ ਸਫਲਤਾਵਾਂ ਨੂੰ, ਆਪਣੀ ਜੀਵਨ ਯਾਤਰਾ ਨੂੰ ਵੇਖਦੇ ਹਾਂ ਤਾਂ ਸਾਨੂੰ ਆਪਣੇ ਕਿਸੇ ਨਾ ਕਿਸੇ ਅਧਿਆਪਕ ਦੀ ਯਾਦ ਜ਼ਰੂਰ ਆਉਂਦੀ ਹੈ। ਤੇਜ਼ੀ ਨਾਲ ਬਦਲਦੇ ਹੋਏ ਸਮੇਂ ਅਤੇ ਕਰੋਨਾ ਦੇ ਸੰਕਟ ਕਾਲ ਵਿੱਚ ਸਾਡੇ ਅਧਿਆਪਕਾਂ ਦੇ ਸਾਹਮਣੇ ਵੀ ਸਮੇਂ ਦੇ ਨਾਲ ਬਦਲਣਾ ਇੱਕ ਚੁਣੌਤੀ ਲੱਗਦੀ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਨਾ ਕੇਵਲ ਸਵੀਕਾਰ ਕੀਤਾ ਹੈ ਬਲਕਿ ਇਸ ਨੂੰ ਮੌਕੇ ਵਿੱਚ ਤਬਦੀਲ ਕਰ ਦਿੱਤਾ ਹੈ। ਪੜ੍ਹਾਈ ਵਿੱਚ ਤਕਨੀਕ ਦਾ ਵੱਧ ਤੋਂ ਵੱਧ ਉਪਯੋਗ ਕਿਵੇਂ ਹੋਵੇ,
ਨਵੇਂ ਤਰੀਕਿਆਂ ਨੂੰ ਕਿਵੇਂ ਅਪਣਾਈਏ, ਵਿਦਿਆਰਥੀਆਂ ਦੀ ਮਦਦ ਕਿਸ ਤਰ੍ਹਾਂ ਕਰੀਏ, ਇਹ ਸਾਡੇ ਅਧਿਆਪਕਾਂ ਨੇ ਸਹਿਜਤਾ ਨਾਲ ਸਿੱਖਿਆ ਅਤੇ ਆਪਣੇ ਸਟੂਡੈਂਟਸ ਨੂੰ ਵੀ ਸਿਖਾਇਆ ਹੈ। ਅੱਜ ਦੇਸ਼ ਵਿੱਚ ਹਰ ਜਗ੍ਹਾ ਕੁਝ ਨਾ ਕੁਝ ਇਨੋਵੇਸ਼ਨ ਹੋ ਰਹੀ ਹੈ। ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਕੁਝ ਨਵਾਂ ਕਰ ਰਹੇ ਨੇ। ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਦੇਸ਼ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਸਾਡੇ ਅਧਿਆਪਕ ਇਸ ਦਾ ਲਾਭ ਵੀ ਵਿਦਿਆਰਥੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਾਥੀਓ, ਅਤੇ ਖਾਸ ਕਰ ਮੇਰੇ ਅਧਿਆਪਕ ਸਾਥੀਓ, ਸਾਲ 2022 ਵਿੱਚ ਸਾਡਾ ਦੇਸ਼ ਸੁਤੰਤਰਤਾ ਦਾ 75ਵੇਂ ਸਾਲ ਦਾ ਪੁਰਬ ਮਨਾਏਗਾ। ਸੁਤੰਤਰਤਾ ਤੋਂ ਪਹਿਲਾਂ ਅਨੇਕਾਂ ਸਾਲਾਂ ਤੱਕ ਸਾਡੇ ਦੇਸ਼ ਵਿੱਚ ਆਜ਼ਾਦੀ ਦੀ ਜੰਗ, ਉਸ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਇਸ ਦੌਰਾਨ ਦੇਸ਼ ਦਾ ਕੋਈ ਕੋਨਾ ਅਜਿਹਾ ਨਹੀਂ ਸੀ ਜਿੱਥੇ ਆਜ਼ਾਦੀ ਦੇ ਮਤਵਾਲਿਆਂ ਨੇ ਆਪਣੇ ਪ੍ਰਾਣ ਨਿਛਾਵਰ ਨਾ ਕੀਤੇ ਹੋਣ, ਆਪਣਾ ਸਭ ਕੁਝ ਨਾ ਤਿਆਗਿਆ ਹੋਵੇ। ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਅੱਜ ਦੀ ਪੀੜ੍ਹੀ, ਸਾਡੇ ਵਿਦਿਆਰਥੀ ਆਜ਼ਾਦੀ ਦੀ ਜੰਗ ਵਿੱਚ ਸਾਡੇ ਦੇਸ਼ ਦੇ ਨਾਇਕਾਂ ਨਾਲ ਨਾ ਸਿਰਫ ਰੂਬਰੂ ਹੋਣ, ਬਲਕਿ ਉਨ੍ਹਾਂ ਨੂੰ ਮਹਿਸੂਸ ਵੀ ਕਰਨ। ਆਪਣੇ ਜ਼ਿਲ੍ਹੇ ਦੇ, ਆਪਣੇ ਖੇਤਰ ਦੇ ਆਜ਼ਾਦੀ ਦੇ ਅੰਦੋਲਨ ਦੇ ਸਮੇਂ ਕੀ ਹੋਇਆ, ਕਿੱਦਾਂ ਹੋਇਆ, ਕੌਣ ਸ਼ਹੀਦ ਹੋਇਆ, ਕੌਣ ਕਿੰਨੇ ਸਮੇਂ ਤੱਕ ਦੇਸ਼ ਦੇ ਲਈ ਜੇਲ੍ਹ 'ਚ ਰਿਹਾ, ਇਹ ਗੱਲਾਂ ਸਾਡੇ ਵਿਦਿਆਰਥੀ ਜਾਣਨਗੇ ਤਾਂ ਉਨ੍ਹਾਂ ਦੀ ਸ਼ਖਸੀਅਤ ਵਿੱਚ ਵੀ ਇਸ ਦਾ ਪ੍ਰਭਾਵ ਦਿਖੇਗਾ। ਇਸ ਲਈ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਨੇ ਜਿਸ ਵਿੱਚ ਸਾਡੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ। ਜਿਵੇਂ ਤੁਸੀਂ ਜਿਸ ਜ਼ਿਲ੍ਹੇ ਵਿੱਚ ਹੋ, ਉੱਥੇ ਸ਼ਤਾਬਦੀਆਂ ਤੱਕ ਜੋ ਆਜ਼ਾਦੀ ਦੀ ਲੜਾਈ ਚੱਲੀ, ਕੀ ਆਜ਼ਾਦੀ ਦੀ ਜੰਗ ਵਿੱਚ ਉੱਥੇ ਕੋਈ ਘਟਨਾ ਘਟੀ ਸੀ? ਇਸ ਨੂੰ ਲੈ ਕੇ ਵਿਦਿਆਰਥੀਆਂ ਕੋਲੋਂ ਰਿਸਰਚ ਕਰਵਾਈ ਜਾ ਸਕਦੀ ਹੈ। ਉਸ ਨੂੰ ਸਕੂਲ ਦੇ ਹੱਥ ਲਿਖਿਤ ਅੰਕ ਦੇ ਰੂਪ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਤੁਹਾਡੇ ਸ਼ਹਿਰ ਵਿੱਚ ਸੁਤੰਤਰਤਾ ਅੰਦੋਲਨ ਨਾਲ ਜੁੜਿਆ ਕੋਈ ਸਥਾਨ ਹੋਵੇ ਤਾਂ ਵਿਦਿਆਰਥੀਆਂ ਨੂੰ ਉੱਥੇ ਲਿਜਾਇਆ ਜਾ ਸਕਦਾ ਹੈ। ਕਿਸੇ ਸਕੂਲ ਦੇ ਵਿਦਿਆਰਥੀ ਇਹ ਠਾਣ ਸਕਦੇ ਨੇ ਕਿ ਉਹ ਆਜ਼ਾਦੀ ਦੇ 75ਵੇਂ ਸਾਲ ਵਿੱਚ ਆਪਣੇ ਖੇਤਰ ਦੇ ਆਜ਼ਾਦੀ ਦੇ 75 ਨਾਇਕਾਂ 'ਤੇ ਕਵਿਤਾਵਾਂ ਲਿਖਣਗੇ, ਨਾਟਕ, ਕਥਾ ਲਿਖਣਗੇ। ਤੁਹਾਡੇ ਯਤਨ ਦੇਸ਼ ਦੇ ਹਜ਼ਾਰਾਂ ਲੱਖਾਂ ਅਨਸੰਗ ਹੀਰੋਜ਼ ਨੂੰ ਸਾਹਮਣੇ ਲਿਆਉਣਗੇ ਜੋ ਦੇਸ਼ ਦੇ ਲਈ ਜੀਏ ਅਤੇ ਦੇਸ਼ ਦੇ ਲਈ ਮਰ ਗਏ, ਜਿਨ੍ਹਾਂ ਦੇ ਨਾਮ ਸਮੇਂ ਦੇ ਨਾਲ ਵਿਸਰ ਗਏ। ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਜੇਕਰ ਅਸੀਂ ਸਾਹਮਣੇ ਲੈ ਕੇ ਆਵਾਂਗੇ ਅਤੇ ਆਜ਼ਾਦੀ ਦੇ 75ਵੇਂ ਸਾਲ ਵਿੱਚ ਉਨ੍ਹਾਂ ਨੂੰ ਯਾਦ ਕਰਾਂਗੇ ਤਾਂ ਇਹ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਏਗੀ। ਅਤੇ ਜਦੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾ ਰਹੇ ਹਾਂ ਤਾਂ ਮੈਂ ਮੇਰੇ ਅਧਿਆਪਕ ਸਾਥੀਆਂ ਨੂੰ ਜ਼ਰੂਰ ਇਹ ਗੁਜ਼ਾਰਿਸ਼ ਕਰਾਂਗਾ ਕਿ ਇਸ ਲਈ ਇੱਕ ਮਾਹੌਲ ਬਣਾਉਣ, ਸਾਰਿਆਂ ਨੂੰ ਜੋੜਨ ਅਤੇ ਸਾਰੇ ਮਿਲ ਕੇ ਜੁਟ ਜਾਣ। ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਅੱਜ ਵਿਕਾਸ ਯਾਤਰਾ 'ਤੇ ਚੱਲ ਰਿਹਾ ਹੈ। ਇਸ ਦੀ ਸਫਲਤਾ ਸੁਖਮਈ ਤਾਂ ਹੀ ਹੋਏਗੀ ਜਦੋਂ ਹਰ ਇੱਕ ਦੇਸ਼ਵਾਸੀ ਇਸ ਵਿੱਚ ਸ਼ਾਮਿਲ ਹੋਏਗਾ, ਇਸ ਯਾਤਰਾ ਦਾ ਯਾਤਰੀ ਹੋਏਗਾ, ਇਸ ਰਾਹ ਦਾ ਰਾਹੀ ਹੋਏਗਾ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਇੱਕ ਦੇਸ਼ਵਾਸੀ ਤੰਦਰੁਸਤ ਰਹੇ, ਸੁਖੀ ਰਹੇ ਅਤੇ ਅਸੀਂ ਸਾਰੇ ਮਿਲ ਕੇ ਕੋਰੋਨਾ ਨੂੰ ਪੂਰੀ ਤਰ੍ਹਾਂ ਨਾਲ ਹਰਾਈਏ। ਕੋਰੋਨਾ ਤਾਂ ਹੀ ਹਾਰੇਗਾ ਜਦੋਂ ਅਸੀਂ ਸੁਰੱਖਿਅਤ ਰਹਾਂਗੇ, ਜਦੋਂ ਤੁਸੀਂ 2 ਗਜ਼ ਦੀ ਦੂਰੀ, ਮਾਸਕ ਜ਼ਰੂਰੀ, ਇਸ ਸੰਕਲਪ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੋਗੇ ਤਾਂ ਤੁਸੀਂ ਸਾਰੇ ਤੰਦਰੁਸਤ ਰਹੋਗੇ, ਸੁਖੀ ਰਹੋਗੇ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਅਗਲੀ ਮਨ ਕੀ ਬਾਤ ਵਿੱਚ ਫਿਰ ਮਿਲਾਂਗੇ। ਬਹੁਤ-ਬਹੁਤ ਧੰਨਵਾਦ। ਨਮਸਕਾਰ।